ਦੋਸਤੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਦੋਸਤੋ ਇਹ ਵਚਨ ਸਾਨੂੰ ਤਿੰਨ ਗੱਲਾਂ ਸਿਖਾਉਂਦਾ ਹੈ। ਪਹਿਲੀ ਗੱਲ ਕਿ ਪਰਮੇਸ਼ਵਰ ਕਲੀਸਿਆ ਨੂੰ ਬਣਾਏਗਾ ਤੇ ਵਧਾਏਗਾ, ਔਰ ਦੂਸਰੀ ਗੱਲ ਕਿ ਪਤਾਲ ਦੇ ਫਾਟਕ ਉਸ ਨੂੰ ਵਸ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ। ਤੀਸਰੀ ਗੱਲ ਕਿ ਪਤਾਲ ਦੇ ਫਾਟਕ ਉਸ ਨੂੰ ਵਸ ਵਿੱਚ ਨਾ ਕਰ ਸਕਣਗੇ। ਜਿਵੇਂ ਜਿਵੇਂ ਪ੍ਰਭੂ ਯੀਸ਼ੂ ਮਸੀਹ ਦਾ ਰਾਜ ਵੱਧ ਰਿਹਾ ਹੈ, ਉਵੇਂ ਉਵੇਂ ਪਤਾਲੀ ਫਾਟਕ ਵੀ ਉਸ ਨੂੰ ਵਸ ਵਿੱਚ ਕਰਨ ਦੀ ਪੂਰੀ ਕੋਸ਼ਿਸ਼ ਕਰਨ ਵਿੱਚ ਲੱਗੇ ਨੇ। ਸ਼ੈਤਾਨ ਝੂਠੀ ਸਿੱਖਿਆ, ਗਲਤ ਤਾਲੀਮ ਦੁਆਰਾ ਪਰਮੇਸ਼ਵਰ ਦੀ ਉਸਰੀ ਕਲੀਸਿਆ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਪਹਿਲੀ ਸਦੀ ਤੋਂ ਲੈ ਕੇ ਅੱਜ ਤੱਕ ਪਰਮੇਸ਼ਵਰ ਦੀ ਕਲੀਸਿਆ ਇਹਨਾਂ ਝੂਠੀਆਂ ਔਰ ਗਲਤ ਸਿੱਖਿਆ ਦੇ ਨਾਲ ਲੜਦੀ ਆ ਰਹੀ ਹੈ, ਔਰ ਅੱਜ ਦੀ ਕਲੀਸਿਆ ਵੀ ਇਸੇ ਤਰ੍ਹਾਂ ਲੜ ਰਹੀ ਹੈ। ਇਹੋ ਜਿਹੇ ਲੋਕ ਜਿਨ੍ਹਾਂ ਨੂੰ ਵਚਨ ਸਿਖਾਇਆ ਜਾਂਦਾ ਹੈ ਔਰ ਬੜੀ ਚੰਗੀ ਤਾਲੀਮ ਦੇ ਨਾਲ ਪ੍ਰਭੂ ਦੇ ਵਚਨ ਦਿੱਤੇ ਜਾਂਦੇ ਹਨ, ਉਹ ਵੀ ਲੋਕ ਗਲਤ ਸਿੱਖਿਆ ਔਰ ਇਸ ਤਾਲੀਮ ਦਾ ਸ਼ਿਕਾਰ ਬਣ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਗਲਾਤੀਆਂ 1:6 ਦੇ ਵਿੱਚ ਪੜ੍ਹਦੇ ਹਾਂ ਕਿ ਜਿੱਥੇ ਸੰਤ ਪੌਲੁਸ ਲਿਖਦੇ ਹਨ ਕਿ ਮੈਂ ਅਚਰਜ ਹੁੰਦਾ ਹਾਂ ਕਿ ਤੁਸੀਂ ਉਸ ਤੋਂ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਵੱਲ ਝੁਕਦੇ ਜਾਂਦੇ ਹੋ। ਚੇਲੇ ਪੌਲੁਸ ਨੇ ਉਹਨਾਂ ਨੂੰ ਕਿਹਾ ਕਿ ਮੈਂ ਹੈਰਾਨ ਹੋ ਗਿਆ ਇਹ ਦੇਖ ਕੇ ਕਿ ਜਿਹੜੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ, ਹੁਣ ਇੰਨੀ ਛੇਤੀ ਤੁਸੀਂ ਕਿਵੇਂ ਉਸ ਖੁਸ਼ਖਬਰੀ ਨੂੰ ਛੱਡ ਕੇ ਕਿਸੇ ਹੋਰ ਖੁਸ਼ਖਬਰੀ ਤੇ ਵਿਸ਼ਵਾਸ ਕਰਨ ਲੱਗ ਗਏ। ਤਾਂ ਦੋਸਤੋ ਅੱਜ ਵੀ ਗਲਤ ਸਿੱਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਲੋਕਾਂ ਨੂੰ ਮਸੀਹ ਤੋਂ ਭਟਕਾ ਕੇ ਇੱਕ ਦੂਸਰੇ ਨਾਸ਼ ਵਾਲੇ ਰਾਹ ਤੇ ਲੈ ਕੇ ਜਾ ਰਹੀ ਹੈ। ਦੋਸਤੋ ਇਸੇ ਤਰ੍ਹਾਂ ਹੀ ਇੱਕ ਸਿੱਖਿਆ ਹੋਰਸ ਦੇ ਬਾਰੇ ਆਈ ਹੋਈ ਹੈ ਜੋ ਕਿ ਆਪਣੇ ਭਾਰਤ ਤੇ ਹੋਰ ਕਈ ਫੋਰਨ ਕੰਟਰੀਜ਼ 'ਚ ਬਹੁਤ ਪ੍ਰਚਲਿਤ ਹੋ ਰਹੀ ਹੈ। ਇਸ ਦੇ ਦੁਆਰਾ ਕਈ ਲੋਕਾਂ ਨੇ ਧੋਖਾ ਵੀ ਖਾਇਆ ਤੇ ਵਿਸ਼ਵਾਸ ਤੋਂ ਭਟਕ ਗਏ। ਅੱਜ ਅਸੀਂ ਸਿੱਖਾਂਗੇ ਕਿ ਕਿਸ ਤਰ੍ਹਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਔਰ ਅਖੀਰ ਇਸ ਦੀ ਸੱਚਾਈ ਕੀ ਹੈ। ਇਸ ਦੇ ਨਾਲ ਇਸ ਵੀਡੀਓ ਦੇ ਅੰਤ ਤੱਕ ਤੁਹਾਡੇ ਸਾਰੇ ਸ਼ੱਕ ਤੇ ਸਵਾਲ ਵੀ ਕਲੀਅਰ ਹੋ ਜਾਣਗੇ। ਦੋਸਤੋ ਤਾਂ ਜਿਸ ਤਰ੍ਹਾਂ ਹੋਰਸ ਦੀ ਤਾਲੀਮ ਬੜੀ ਪ੍ਰਚਲਿਤ ਹੋ ਰਹੀ ਹੈ, ਤਾਂ ਵੇਖਾਂਗੇ ਕਿ ਇਹ ਹੈ ਕੀ। ਤੁਹਾਡੇ ਵਿੱਚੋਂ ਕਈਆਂ ਨੇ ਇਸ ਬਾਰੇ ਸੁਣਿਆ ਹੋਣਾ, ਕਈ ਜਾਣਦੇ ਹੋਣੇ ਕਿ ਹੋਰਸ ਕੌਣ ਸੀ ਔਰ ਕਈਆਂ ਨੂੰ ਨਹੀਂ ਪਤਾ ਹੋਣਾ। ਚਲੋ ਇਸ ਨੂੰ ਪੂਰੀ ਜਾਣਕਾਰੀ ਦੇ ਨਾਲ ਸ਼ੁਰੂਆਤ ਤੋਂ ਦੇਖਾਂਗੇ ਔਰ ਜਾਣਾਂਗੇ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਹੋਰਸ ਇੱਕ ਮਿਸਰੀਆਂ ਦਾ ਦੇਵਤਾ ਸੀ, ਇਜਿਪਸ਼ੀਅਨ ਗॉड ਸੀ ਜੋ 33 ਸਾਲ ਤੱਕ ਜਿਉਂਦਾ ਰਿਹਾ। ਉਸ ਦੇ 12 ਚੇਲੇ ਸਨ। ਉਹ ਵੀ ਇੱਕ ਕੁਆਰੀ ਦੇ ਦੁਆਰਾ ਪੈਦਾ ਹੋਇਆ। ਮਰਨ ਤੋਂ ਬਾਅਦ ਤੀਜੇ ਦਿਨ ਜਿਉਂਦਾ ਹੋਇਆ। ਉਹ ਖੁਦ ਵੀ ਮੁਰਦਿਆਂ ਨੂੰ ਜਿਉਂਦਾ ਕਰਦਾ ਸੀ, ਪਾਣੀ ਤੇ ਚੱਲਦਾ ਸੀ ਤੇ ਹੋਰ ਕਈ ਵੱਡੇ ਚਮਤਕਾਰ ਆਸ਼ਚਰਜਨਕ ਕੰਮ ਕਰਦਾ ਸੀ। ਮਤਲਬ ਇਸ ਸਿੱਖਿਆ ਦਾ ਇਹ ਕਹਿਣਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਸਿਰਫ ਇੱਕ ਕਲਪਨਾ ਕੀਤਾ ਹੋਇਆ ਵਿਅਕਤੀ ਸੀ ਔਰ ਹੋਰਸ ਦੇਵਤਾ ਦੀ ਨਕਲ ਸੀ। ਵਾਸਤਵ ਵਿੱਚ ਯੀਸ਼ੂ ਮਸੀਹ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਦੁਨੀਆ ਤੇ। ਪਰ ਕੁਝ ਲੋਕ ਆਪਣਾ ਹੀ ਇੱਕ ਨਵਾਂ ਧਰਮ ਬਣਾਉਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਹੋਰਸ ਦੀ ਨਕਲ ਨੂੰ ਯੀਸ਼ੂ ਦੇ ਰੂਪ ਵਿੱਚ ਕਰ ਲਈ ਅਤੇ ਹੋਰਸ ਵਰਗਾ ਯੀਸ਼ੂ ਮਸੀਹ ਇੱਕ ਨਵਾਂ ਪਰਮੇਸ਼ਵਰ ਬਣਾਤਾ। ਇਸ ਨੂੰ ਸੁਣ ਕੇ ਸਾਡੇ ਮਨ ਵਿੱਚ ਵੀ ਸਵਾਲ ਉੱਠਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਸੱਚਾ ਸੀ ਜਾਂ ਹੋਰਸ ਸੱਚਾ ਸੀ, ਕਿਉਂਕਿ ਇਹਨਾਂ ਦੋਹਾਂ ਵਿੱਚੋਂ ਆਖਿਰ ਇੱਕ ਹੀ ਸੱਚਾ ਹੋ ਸਕਦਾ ਹੈ, ਯੀਸ਼ੂ ਜਾਂ ਫਿਰ ਹੋਰਸ। ਅੱਜ ਇਸ ਵੀਡੀਓ ਦੇ ਅੰਤ ਤੱਕ ਸਾਨੂੰ ਪਤਾ ਲੱਗ ਜਾਏਗਾ ਕਿ ਕੌਣ ਸੱਚਾ ਸੀ ਵਿਦ ਪ੍ਰੂਫਸ। ਚਲੋ ਦੋਸਤੋ ਥੋੜਾ ਇਤਿਹਾਸ ਖੋਲ ਕੇ ਵੇਖਦੇ ਹਾਂ ਕਿ ਯੀਸ਼ੂ ਮਸੀਹ ਇੱਕ ਕਲਪਨਾ ਕੀਤਾ ਹੋਇਆ ਵਿਅਕਤੀ ਸੀ ਜਾਂ ਫਿਰ ਵਾਸਤਵ ਵਿੱਚ ਸੀ ਜਾਂ ਫਿਰ ਹੋਰਸ ਸੱਚਾ ਸੀ। ਸਭ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਦੇ ਜੀਵਨ ਤੋਂ ਕੁਝ ਦੇਖਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਦੇ ਸਮੇਂ ਦੇ ਇਤਿਹਾਸਕਾਰਾਂ ਨੇ ਕਦੇ ਵੀ ਪ੍ਰਭੂ ਯੀਸ਼ੂ ਮਸੀਹ ਨੂੰ ਕਲਪਨਾ ਕੀਤਾ ਹੋਇਆ ਵਿਅਕਤੀ ਕਰਕੇ ਨਹੀਂ ਦਰਸਾਇਆ ਸੀ। ਉਹਨਾਂ ਨੇ ਖੁਦ ਯੀਸ਼ੂ ਮਸੀਹ ਬਾਰੇ ਤੇ ਉਸ ਦੇ ਅਚਰਜ ਕੰਮਾਂ ਬਾਰੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਬਿਆਨ ਕੀਤਾ, ਕਿਤਾਬਾਂ ਦੇ ਵਿੱਚ ਲਿਖਿਆ। ਸਭ ਤੋਂ ਪਹਿਲਾਂ ਵੇਖਾਂਗੇ ਕਿ ਫਲੇਵੀਅਸ ਜੋਸੇਫਸ ਇੱਕ ਫੇਮਸ ਇਤਿਹਾਸਕਾਰ ਸੀ। ਉਹ ਇੱਕ ਯਹੂਦੀ ਸੀ ਤੇ ਉਸ ਨੇ ਪ੍ਰਭੂ ਯੀਸ਼ੂ ਮਸੀਹ ਦੇ ਵਜੂਦ ਬਾਰੇ ਇਤਿਹਾਸ ਵਿੱਚ ਲਿਖਿਆ ਔਰ ਉਹਨਾਂ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਕਲਪਨਾ ਕੀਤਾ ਵਿਅਕਤੀ ਨਹੀਂ ਸੀ, ਬਲਕਿ ਇੱਕ ਸੱਚਾਈ ਸੀ। ਦੋਸਤੋ ਇੱਥੇ ਇੱਕ ਇੰਟਰਸਟਿੰਗ ਚੀਜ਼ ਇਹ ਹੈ ਕਿ ਫਲੇਵੀਅਸ ਇੱਕ ਯਹੂਦੀ ਸੀ। ਜੀ ਹਾਂ, ਤੁਸੀਂ ਸਹੀ ਸੁਣਿਆ ਕਿ ਫਲੇਵੀਅਸ ਇੱਕ ਯਹੂਦੀ ਸੀ ਤੇ ਯਹੂਦੀ ਲੋਕ ਮਸੀਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਕਰਦੇ ਔਰ ਅੱਜ ਵੀ ਨਹੀਂ ਕਰਦੇ। ਤੁਸੀਂ ਜਾਣਦੇ ਹੋ ਕਿ ਯਹੂਦੀ ਲੋਕ ਮਸੀਹੀ ਲੋਕਾਂ ਤੋਂ ਨਫ਼ਰਤ ਕਰਦੇ ਹਨ ਤੇ ਜੋਸੇਫਸ ਇਤਿਹਾਸਕਾਰ ਨੂੰ ਜੇਕਰ ਇਹ ਗੱਲ ਪਤਾ ਲੱਗਦੀ ਜਾਂ ਥੋੜਾ ਜਿਹਾ ਵੀ ਇਸ ਦਾ ਪਤਾ ਲੱਗਦਾ ਕਿ ਯੀਸ਼ੂ ਮਸੀਹ ਨਾਮ ਦੀ ਕੋਈ ਚੀਜ਼ ਨਹੀਂ ਹੈ, ਤਾਂ ਉਹ ਜ਼ਰੂਰ ਉਸ ਬਾਰੇ ਲਿਖਦੇ। ਪਰ ਉਸਨੇ ਕਦੇ ਵੀ ਉਸ ਬਾਰੇ ਇਸ ਚੀਜ਼ ਬਾਰੇ ਨਹੀਂ ਲਿਖਿਆ ਕਿ ਯੀਸ਼ੂ ਮਸੀਹ ਇੱਕ ਕਲਪਨਾ ਕੀਤਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਪ੍ਰਭੂ ਯੀਸ਼ੂ ਮਸੀਹ ਇੱਕ ਸੱਚਾਈ ਹੈ, ਉਸਨੇ ਦੇਖਿਆ ਸੀ। ਦੂਜੀ ਗੱਲ ਕਿ ਇੱਕ ਰੋਮੀ ਇਤਿਹਾਸਕਾਰ ਟੈਸੀਟਸ, ਉਸਨੇ ਇਹ ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਦੇ ਸਮੇਂ
ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਦੇ ਸਮੇਂ ਸਲੀਬ ਤੇ ਚੜਾ ਦਿੱਤਾ ਗਿਆ। ਇੱਥੇ ਵੀ ਇੱਕ ਚੀਜ਼ ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਟੈਸੀਟਸ ਇੱਕ ਰੋਮੀ ਸੀ ਤੇ ਰੋਮੀ ਲੋਕ ਵੀ ਮਸੀਹ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ, ਸਗੋਂ ਉਹਨਾਂ ਦੇ ਰਾਜ ਵੇਲੇ ਤਾਂ ਹਜ਼ਾਰਾਂ ਮਸੀਹ ਲੋਕਾਂ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਵੀ ਦਿੱਤਾ ਗਿਆ ਸੀ। ਤੇ ਜੇਕਰ ਪ੍ਰਭੂ ਯਿਸੂ ਮਸੀਹ ਇੱਕ ਕਲਪਨਾ ਕੀਤਾ ਵਿਅਕਤੀ ਸੀ ਤਾਂ ਕਿਉਂ ਟੈਸੀਟਸ ਉਸ ਦੇ ਬਾਰੇ ਆਪਣੇ ਇਤਿਹਾਸ ਵਿੱਚ ਲਿਖਦੇ? ਸਿੰਪਲ ਜੀ ਗੱਲ ਹੈ ਦੋਸਤੋ ਕਿ ਟੈਸੀਟਸ ਨੇ ਖੁਦ ਪ੍ਰਭੂ ਯਿਸੂ ਮਸੀਹ ਦੀ ਮੌਤ ਨੂੰ ਰੋਮ ਦੇ ਵਿੱਚ ਦੇਖਿਆ ਸੀ। ਤੀਸਰੀ ਗੱਲ, ਥੱਲੂਸ ਵੀ ਇੱਕ ਇਤਿਹਾਸਕਾਰ ਸੀ ਤੇ ਉਹਨਾਂ ਨੇ ਵੀ ਪ੍ਰਭੂ ਯਿਸੂ ਮਸੀਹ ਦੀ ਸੱਚਾਈ ਬਾਰੇ ਲਿਖਿਆ। ਇਹ ਜਿੰਨੇ ਵੀ ਇਤਿਹਾਸਕਾਰ ਅਸੀਂ ਦੇਖੇ ਇਸ ਵੀਡੀਓ ਦੇ ਵਿੱਚ, ਇਹਨਾਂ ਵਿੱਚੋਂ ਇੱਕ ਵੀ ਮਸੀਹ ਕ੍ਰਿਸਚੀਅਨ ਨਹੀਂ ਸੀ, ਕੋਈ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲਾ ਨਹੀਂ ਸੀ। ਪਰ ਫਿਰ ਵੀ ਇਹਨਾਂ ਪ੍ਰਸਿੱਧ ਇਤਿਹਾਸਕਾਰਾਂ ਵਿੱਚੋਂ ਕਿਸੇ ਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਇੱਕ ਕਲਪਨਾ ਕੀਤਾ ਵਿਅਕਤੀ ਨਹੀਂ ਦਰਸਾਇਆ ਤੇ ਨਾ ਹੀ ਉਸ ਦੇ ਵਜੂਦ ਤੇ ਕੋਈ ਸਵਾਲ ਕੀਤਾ, ਕੋਈ ਉਂਗਲ ਖੜੀ ਕੀਤੀ, ਕਿਉਂਕਿ ਉਹ ਜਾਣਦੇ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਸਮੇਂ ਜੀਵਤ ਸਨ, ਉਹਨਾਂ ਦੇ ਸਮੇਂ ਲੋਕਾਂ ਦੇ ਵਿੱਚ ਸਿੱਖਿਆ ਦਿੱਤੀ ਤੇ ਉਹਨਾਂ ਦੇ ਸਮੇਂ ਹੀ ਕਰੂਸ ਤੇ ਚੜਾਏ ਗਏ। ਦੋਸਤੋ, ਇਤਿਹਾਸ ਹੋਰ ਵੀ ਬਹੁਤ ਕੁਝ ਦੱਸਦਾ ਹੈ, ਪਰ ਇਹ ਜਿਹੜੀ ਹੋਰਸ ਦੀ ਸਿੱਖਿਆ ਹੈ ਜੋ ਫੈਲ ਰਹੀ ਹੈ, ਦੱਸਦੀ ਹੈ ਕਿ ਯਿਸੂ ਹੋਰਸ ਦੀ ਇੱਕ ਨਕਲ ਹੈ ਅਤੇ ਇੱਕ ਕਲਪਨਾ ਕੀਤਾ ਵਿਅਕਤੀ ਸੀ ਯਿਸੂ। ਪਰ ਜਿਵੇਂ ਕਿ ਅਸੀਂ ਹੁਣੇ ਸਿੱਖਿਆ ਕਿ ਯਿਸੂ ਮਸੀਹ ਜੀ ਕਲਪਨਾ ਕੀਤਾ ਵਿਅਕਤੀ ਨਹੀਂ ਸੀ। ਭਾਵੇਂ ਤੁਸੀਂ ਰੋਮੀ ਇਤਿਹਾਸ ਲੈ ਲਓ, ਚਾਹੇ ਤੁਸੀਂ ਯਹੂਦੀ ਇਤਿਹਾਸਕਾਰ ਲੈ ਲਓ, ਚਾਹੇ ਯੂਨਾਨੀ ਇਤਿਹਾਸਕਾਰ ਨੂੰ ਪੜ੍ਹ ਲਓ, ਤੁਸੀਂ ਕਿਸੇ ਵੀ ਇਤਿਹਾਸ ਵਿੱਚ ਪੜ੍ਹ ਲਓ, ਸਾਰੇ ਇਤਿਹਾਸ ਪ੍ਰਭੂ ਯਿਸੂ ਮਸੀਹ ਬਾਰੇ ਦੱਸਦੇ ਹਨ ਔਰ ਉਸ ਦੇ ਚਮਤਕਾਰੀ ਕੰਮਾਂ ਬਾਰੇ ਬਿਆਨ ਕਰਦੇ ਹਨ। ਦੋਸਤੋ, ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਪ੍ਰਭੂ ਯਿਸੂ ਮਸੀਹ ਬਾਰੇ ਜੋ ਹੋਰਸ ਦੀ ਤਾਲੀਮ ਦੁਆਰਾ ਦਿੱਤੀ ਗਈ ਜਾਂ ਪਹੁੰਚਾਈ ਗਈ ਸਭ ਇਨਫੋਰਮੇਸ਼ਨ ਗਲਤ ਹੈ ਤੇ ਝੂਠੀ ਹੈ। ਤਾਂ ਹੁਣ ਅਸੀਂ ਥੋੜਾ ਹੋਰਸ ਬਾਰੇ ਵੀ ਜਾਣਾਂਗੇ। ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖਿਆ ਕਿ ਹੋਰਸ ਦੀ ਉਮਰ ਵੀ 33 ਸਾਲ ਤੱਕ ਦੀ ਸੀ, ਇੱਕ ਕੁਆਰੀ ਦੇ ਢਿੱਡੋਂ ਜਨਮ ਹੋਇਆ ਔਰ ਉਸ ਦੇ 12 ਚੇਲੇ ਸਨ ਔਰ ਉਸ ਦੇ ਵੱਡੇ ਚਮਤਕਾਰ ਔਰ ਉਸ ਨੇ ਵੀ ਵੱਡੇ ਚਮਤਕਾਰ ਕੀਤੇ ਪ੍ਰਭੂ ਯਿਸੂ ਮਸੀਹ ਜੀ ਦੀ ਤਰ੍ਹਾਂ। ਦੋਸਤੋ, ਵੇਖਾਂਗੇ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਪਹਿਲੀ ਗੱਲ ਕਿ ਮਿਸਰ ਦੇ ਖੁਦ ਦੇ ਇਤਿਹਾਸ ਵਿੱਚ ਇਹ ਗੱਲਾਂ ਕਲੀਅਰ ਨਹੀਂ ਹਨ। ਕੋਈ ਨਹੀਂ ਜਾਣਦਾ ਕਿ ਇਹਨਾਂ ਗੱਲਾਂ ਨੂੰ ਕਿਸ ਨੇ ਲਿਖਿਆ, ਹੋਰਸ ਦੇ ਬਾਰੇ ਇਹ ਗੱਲਾਂ ਕਿੱਥੋਂ ਆਈਆਂ ਔਰ ਕਿਸ ਨੇ ਇਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਜਾਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਔਰ ਲਿਖਿਆ। ਔਰ ਦੂਸਰੀ ਗੱਲ ਕਿ ਹੋਰਸ ਦੀ ਕਹਾਣੀ ਮਿਥੋਲੋਜੀ ਦੀ ਕੈਟਾਗਰੀ 'ਚ ਆਉਂਦੀ ਹੈ, ਮਤਲਬ ਇਹ ਕਿ ਇਹ ਇੱਕ ਮਨਘੜਤ ਕਹਾਣੀ ਹੈ। ਔਰ ਤੀਸਰੀ ਗੱਲ ਕਿ ਹੋਰਸ ਦੀ ਮਾਤਾ ਆਈਸਿਸ ਓਇਰਸਿਸ ਦੀ ਪਤਨੀ ਸੀ, ਮਤਲਬ ਇਹ ਕਿ ਉਸ ਦਾ ਜਨਮ ਇੱਕ ਕੁਆਰੀ ਦੇ ਕੁੱਖੋਂ ਨਹੀਂ ਸੀ ਹੋਇਆ। ਅਤੇ ਕੋਈ ਵੀ ਇਤਿਹਾਸਕਾਰ ਇਸ ਗੱਲ ਨੂੰ ਨਹੀਂ ਮੰਨਦੇ ਔਰ ਨਾ ਹੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਹੋਰਸ ਇੱਕ ਕੁਆਰੀ ਦੇ ਕੁੱਖੋਂ ਜਨਮਿਆ, ਬਲਕਿ ਸਾਰੇ ਇਤਿਹਾਸਕਾਰ ਇਹ ਦੱਸਦੇ ਹਨ ਕਿ ਉਸ ਦਾ ਵਿਆਹ ਓਇਰਿਸਿਸ ਨਾਲ ਹੋਇਆ ਤੇ ਉਸ ਦੇ ਵਿਆਹ ਹੋਣ ਤੋਂ ਬਾਅਦ ਹੀ ਹੋਰਸ ਦਾ ਜਨਮ ਹੋਇਆ। ਦੋਸਤੋ, ਤਾਂ ਇਹ ਸੀ ਹੋਰਸ ਦੀ ਸੱਚਾਈ। ਔਰ ਹੋਰ ਵੀ ਕਈ ਗੱਲਾਂ ਹਨ ਜੋ ਕਿ ਇਤਿਹਾਸ ਬਿਆਨ ਕਰਦਾ ਹੈ, ਜਿਵੇਂ ਕਿ ਉਸ ਦੇ 12 ਚੇਲੇ, ਉਹ ਵੀ ਇੱਕ ਮਿਥ ਹੈ। ਉਸ ਦੇ 12 ਚੇਲੇ ਨਹੀਂ ਸਨ। ਇਤਿਹਾਸ ਦੱਸਦਾ ਹੈ ਕਿ ਕਿਤੇ ਲਿਖਿਆ ਉਸ ਦੇ 4 ਚੇਲੇ ਸਨ, ਕਿਤੇ ਲਿਖਿਆ ਉਸ ਦੇ 8 ਚੇਲੇ ਸਨ, ਕਿਤੇ ਵੀ ਇਸ ਬਾਰੇ ਕਲੀਅਰ ਨਹੀਂ ਹੈ। ਔਰ ਨਾ ਹੀ ਜੋ ਕਿ ਅਸੀਂ ਪੜ੍ਹਿਆ ਕਿ ਉਹ ਪਾਣੀ ਤੇ ਚੱਲਦਾ ਸੀ, ਵੱਡੇ ਚਮਤਕਾਰ ਕਰਦਾ ਸੀ। ਇਹ ਸਭ ਚਮਤਕਾਰ ਜਾਂ ਇਹ ਸਭ ਗੱਲਾਂ ਕਿਸੇ ਵੀ ਇਤਿਹਾਸ ਦੇ ਵਿੱਚ ਜਾਂ ਕਿਤੇ ਵੀ ਇਹ ਗੱਲਾਂ ਨਹੀਂ ਦੱਸੀਆਂ ਗਈਆਂ ਸਬੂਤ ਦੇ ਨਾਲ। ਦੋਸਤੋ, ਤਾਂ ਇਹ ਸੀ ਹੋਰਸ ਦੀ ਸੱਚਾਈ। ਜੇਕਰ ਅਸੀਂ ਦੋਹਾਂ ਨੂੰ ਜੋੜ ਮੇਲ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਸੱਚਾਈ ਲਈ ਸਾਡੇ ਕੋਲ ਪੂਰੇ ਔਰ ਬਹੁਤ ਸਾਰੇ ਸਬੂਤ ਹਨ, ਪਰ ਹੋਰਸ ਨੂੰ ਸੱਚ ਮੰਨਣ ਲਈ ਸਾਡੇ ਕੋਲ ਇੱਕ ਵੀ ਸਬੂਤ ਨਹੀਂ ਮਿਲਦਾ। ਤਾਂ ਇਸ ਗੱਲ ਨੂੰ ਸਬੂਤ ਦੇ ਨਾਲ ਅਸੀਂ ਦੇਖਿਆ ਔਰ ਜਾਣਿਆ ਕਿ ਪ੍ਰਭੂ ਯਿਸੂ ਮਸੀਹ ਜੋ ਕਿ ਹੋਰਸ ਦੇ ਦੁਆਰਾ ਫੈਲਾਈ ਗਈ ਗਲਤ ਤਾਲੀਮ ਦੁਆਰਾ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਇੱਕ ਨਕਲ ਹੈ ਜੋ ਮਸੀਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਭ ਝੂਠੀ ਤਾਲੀਮ ਹੈ। ਤਾਂ ਪ੍ਰਭੂ ਦੇ ਪਿਆਰਿਓ, ਤੁਸੀਂ ਇਸ ਝੂਠੀ ਸਿੱਖਿਆ ਤੋਂ ਬਚ ਕੇ ਰਹਿਣਾ ਹੈ ਔਰ ਜੋ ਪ੍ਰਭੂ ਯਿਸੂ ਮਸੀਹ ਨੂੰ ਇੱਕ ਕਲਪਨਾ ਕੀਤਾ ਵਿਅਕਤੀ ਕਰਕੇ ਦਰਸਾਉਂਦਾ ਹੈ, ਉਸ ਨੂੰ ਇਹਨਾਂ ਸਬੂਤਾਂ ਦੇ ਰਾਹੀਂ ਅਸੀਂ ਦੱਸ ਸਕਦੇ ਹਾਂ। ਔਰ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਸਬੂਤ ਨੇ। ਇਤਿਹਾਸ ਗਵਾਹ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਲੋਕਾਂ ਦੇ ਵਿੱਚ ਚੱਲੇ ਫਿਰੇ, ਲੋਕਾਂ ਦੇ ਵਿੱਚ ਸਿੱਖਿਆ ਦਿੱਤੀ ਔਰ ਸਲੀਬ ਤੇ ਚੜਾਏ ਗਏ ਔਰ ਤੀਸਰੇ ਦਿਨ ਜੀਵਿਤ ਹੋਏ। ਦੋਸਤੋ, ਤੁਸੀਂ ਇਸ ਸੰਦੇਸ਼ ਨੂੰ ਹੋਰਨਾਂ ਤੱਕ ਵੀ ਪਹੁੰਚਾਉਣਾ ਹੈ ਤਾਂ ਕਿ ਜੋ ਇਸ ਝੂਠੀ ਤਾਲੀਮ ਦੇ ਦੁਆਰਾ ਪ੍ਰਭਾਵਿਤ ਹੋ ਰਹੇ ਹਨ, ਉਹ ਵੀ ਪ੍ਰਭੂ ਦੇ ਵਚਨਾਂ ਨੂੰ ਜਾਣਨ ਔਰ ਸਿੱਖ ਸਕਣ ਔਰ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੋਰ ਵਧਦੇ ਜਾਣਾ ਹੈ। ਮੈਂ ਆਸ਼ਾ ਕਰਦਾ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇ। ਗੋਡ ਬਲੈਸ ਯੂ ਆਲ। ਸੀਕ ਦ ਟਰੂਥ, ਨੋ ਦ ਟਰੂਥ ਐਂਡ ਟਰਸਟ ਦ ਟਰੂਥ। ਗੋਡ ਬਲੈਸ ਯੂ।